ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬਿਜਲੀ ਖਰੀਦ ਸਮਝੌਤੇ ਨਹੀਂ ਹੋਣਗੇ ਰੱਦ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬੜੀ ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਅਕਾਲੀ ਭਾਜਪਾ ਸਰਕਾਰ ਸਮੇਂ ਜਿਹੜੇ ਪ੍ਰਾਈਵੇਟ ਬਿਜਲੀ ਖਰੀਦ ਸਮਝੌਤੇ ਹੋਏ ਸੀਗੇ ਉਹ ਸ਼ੁਰੂ ਤੋਂ ਹੀ ਜਿਹੜਾ ਹੈਗਾ ਵਿਵਾਦਾਂ 'ਚ ਘਿਰੇ ਆ ਰਹੇ ਨੇ। ਚਾਹੇ ਪਿਛਲੀ ਕਾਂਗਰਸ ਸਰਕਾਰ ਦੀ ਗੱਲ ਕਰੀਏ, ਉਹ ਵੀ ਕਹਿ ਰਹੀ ਸੀ ਵੀ ਕਿ ਇਹ ਬਿਜਲੀ ਖਰੀਦ ਸਮਝੌਤੇ ਜਿਹੜੇ ਨੇ ਰੱਦ ਹੋਣੇ ਚਾਹੀਦੇ ਨੇ। ਤੇ ਉਸ ਸਮੇਂ ਆਮ ਆਦਮੀ ਪਾਰਟੀ ਵੀ ਜਿਹੜਾ ਇਹ ਮੰਗ ਕਰਦੀ ਆ ਰਹੀ ਸੀ ਵੀ ਕਿ ਇਹ ਸਮਝੌਤੇ ਗਲਤ ਹੋਏ ਨੇ ਤੇ ਇਹ ਰੱਦ ਹੋਣੇ ਚਾਹੀਦੇ ਨੇ। ਪਰ ਜੇ ਦੇਖੀਏ ਤਾਂ ਅੱਜ ਲਗਭਗ 14 ਮਹੀਨੇ ਸਰਕਾਰ ਬਣੇ ਨੂੰ ਹੋ ਗਏ ਨੇ ਤੇ ਹਲੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਸਮਝੌਤਿਆਂ ਦਾ ਨਾਮ ਵੀ ਨਹੀਂ ਲਿਆ, ਕੋਈ ਗੱਲ ਨਹੀਂ ਕੀਤੀ। ਕੀ ਤੁਹਾਨੂੰ ਲੱਗਦਾ ਹੈ ਵੀ ਕਿ ਆਮ ਆਦਮੀ ਪਾਰਟੀ ਇਹ ਸਮਝੌਤੇ ਰੱਦ ਕਰ ਸਕੇਗੀ, ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੀ ਹੈ? ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਵੀ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਵੱਧਦੇ ਨੇ ਤਾਂ ਜਿਹੜੇ ਪੰਜਾਬ ਦੇ ਚੇਤਨ ਹਲਕੇ ਆ ਉਹਨਾਂ ਦੇ ਵਿੱਚ ਇਹ ਗੱਲ ਜਾਂ ਚਰਚਾ ਛਿੜਦੀ ਹੈ ਕਿ ਜਿਹੜੇ ਬਿਜਲੀ ਸਮਝੌਤੇ ਆ ਇਹ ਰੱਦ ਹੋਣੇ ਚਾਹੀਦੇ ਆ ਔਰ ਬਿਜਲੀ ਦੇ ਜਿਹੜੇ ਭਾਅ ਜਾਂ ਮਹਿੰਗੀ ਬਿਜਲੀ ਪੰਜਾਬ ਦੇ ਵਿੱਚ ਮਿਲ ਰਹੀ ਹੈ ਉਹਨਾਂ ਲਈ ਇਹ ਜਿਹੜੇ ਖਰੀਦ ਸਮਝੌਤੇ ਆ ਪ੍ਰਾਈਵੇਟ ਫਰਮਾਂ ਨਾਲ ਕੀਤੇ ਗਏ, ਪ੍ਰਾਈਵੇਟ ਕੰਪਨੀਆਂ ਨਾਲ, ਉਹ ਜ਼ਿੰਮੇਵਾਰ ਉਹਨਾਂ ਨੂੰ ਮੰਨਿਆ ਜਾਂਦਾ ਹੈ ਜੀ। ਜਿਸ ਟਾਈਮ ਕਾਂਗਰਸ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ, ਜਿਸ ਟਾਈਮ ਇਹ ਸਮਝੌਤੇ ਹੁੰਦੇ ਨੇ, ਉਸ ਤੋਂ ਬਾਅਦ ਹੀ ਇਹ ਜਿਹੜੀ ਕੁਸਰ ਮੁਸਰ ਹੈ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਸੀ। ਮੇਰੇ ਯਾਦ ਹੈ ਸੁਨੀਲ ਜਾਖੜ ਹੋਰਾਂ ਨੇ ਇਸ ਗੱਲ ਦਾ ਬੜਾ ਰੌਲਾ ਪਾਇਆ ਸੀਗਾ ਕਿ ਇਹ ਮਹਿੰਗੇ ਖਰੀਦ ਸਮਝੌਤੇ ਕੀਤੇ ਗਏ ਨੇ, ਇਹ ਰੱਦ ਹੋਣੇ ਚਾਹੀਦੇ ਨੇ ਜੀ। ਇਸ ਤਰ੍ਹਾਂ ਉਸ ਤੋਂ ਬਾਅਦ ਜਿੰਨਾ ਟਾਈਮ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਰਹੀ, ਇਹਨਾਂ ਨੇ ਵੀ ਜ਼ੋਰ ਸ਼ੋਰ ਨਾਲ ਇਹ ਮੁੱਦਾ ਉਠਾਇਆ ਸੀਗਾ। ਸਭ ਨੂੰ ਯਾਦ ਹੈ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ 2007 ਦੇ ਵਿੱਚ ਬਣਦੀ ਹੈ ਜੀ, ਤਾਂ ਉਸ ਟਾਈਮ ਹੀ ਉਸ ਵੇਲੇ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਨੇ ਇੱਕ ਗੱਲ ਦਾ ਐਲਾਨ ਕੀਤਾ ਸੀ ਜਾਂ ਅਹਿਦ ਲਿਆ ਸੀ ਕਿ ਪੰਜਾਬ ਨੂੰ ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਸਰਪਲਸ ਸੂਬਾ ਜਿਹੜਾ ਉਹ ਬਣਾਵਾਂਗੇ ਜੀ। ਤੇ ਇੱਥੋਂ ਤੱਕ ਕਿਹਾ ਸੀ ਕਿ ਅਸੀਂ ਬਿਜਲੀ ਇੰਨੀ ਸਰਪਲਸ ਕਰ ਦੇਣੀ ਹੈਗੀ ਹੈ ਕਿ ਪੰਜਾਬ ਹੈ ਜਿਹੜਾ ਦੂਸਰੇ ਸੂਬਿਆਂ ਨੂੰ ਬਿਜਲੀ ਹੈ ਜਿਹੜੀ ਉਹ ਵੇਚਿਆ ਕਰੇਗਾ। ਉਹ ਤਾਂ ਹਾਸੇ ਮਜ਼ਾਕ 'ਚ ਇਹ ਵੀ ਕਹਿੰਦੇ ਹੁੰਦੇ ਸੀ ਕਿ ਅਸੀਂ ਪਾਕਿਸਤਾਨ ਨੂੰ ਹੈ ਜਿਹੜੀ ਬਿਜਲੀ ਉਹ ਵੇਚਾਂਗੇ ਜੀ। ਹੁਣ ਮੁੱਢਲੇ ਰੂਪ ਦੇ ਵਿੱਚ ਹੀ ਜਦੋਂ ਇਹ ਬਿਜਲੀ ਖਰੀਦ ਸਮਝੌਤੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨਾਲ ਹੁੰਦੇ ਨੇ, ਉਹਦੀ ਕਈ ਤਰ੍ਹਾਂ ਦੇ ਜਿਹੜੇ ਵਿਗਾੜ ਹੈ ਸਾਨੂੰ ਦੇਖਣ ਨੂੰ ਮਿਲਦੇ ਨੇ। ਇਹਦੀ ਸ਼ੁਰੂਆਤ ਪਹਿਲੇ 2007-08 ਤੋਂ ਹੀ ਹੋ ਜਾਂਦੀ ਹੈ ਜੀ। ਉਸ ਟਾਈਮ ਦੀ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਪਹਿਲੇ ਵਰਿਆਂ ਦੇ ਵਿੱਚ ਹੀ 2007-08 ਤੋਂ ਬਾਅਦ ਜੀ ਕਿ ਪੰਜਾਬ ਦੇ ਵਿੱਚ ਜਿੰਨੀ ਬਿਜਲੀ ਦੀ ਡਿਮਾਂਡ ਹੈ ਅਸੀਂ ਉਹਦੇ ਲਿਹਾਜ਼ ਨਾਲ ਇੱਥੇ ਜਿਹੜੇ ਨਵੇਂ ਪਾਵਰ ਪ੍ਰੋਜੈਕਟ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਲਾਵਾਂਗੇ, ਜਿਹਦੇ ਤਹਿਤ ਉਹਨਾਂ ਨੇ 2000 ਮੈਗਾਵਾਟ ਕੈਪੈਸਿਟੀ ਦੇ ਜਿਹੜੇ ਥਰਮਲ ਲਾਉਣ ਦਾ ਇਨ ਪ੍ਰਿੰਸੀਪਲੀ ਡਿਸਾਈਡ ਕੀਤਾ ਸੀ ਜੀ। ਪਰ ਹੋਇਆ ਕਿ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਇਹ ਜਿਹੜੀ ਕੈਪੈਸਿਟੀ ਹੈ 2000 ਦੀ ਬਜਾਏ 3920 ਕਹਿਣ ਤੋਂ ਭਾਵ ਕਿ ਡਬਲ ਕਰ ਦਿੱਤੀ ਗਈ ਸੀ। ਇਹੀ ਰੌਲਾ ਮੇਨ ਪਿਆ ਕਿ ਜਿੰਨੀ ਪੰਜਾਬ ਦੀ ਬਿਜਲੀ ਦੀ ਡਿਮਾਂਡ ਉਸ ਵੇਲੇ ਸੀ, ਲੋੜ ਇਸ ਗੱਲ ਦੀ ਸੀ ਕਿ ਥੋੜੀ ਜਿਹੀ ਭਵਿੱਖ ਨੂੰ ਅਗਾਊ ਨਜ਼ਰ ਰੱਖ ਕੇ ਕਿ ਉਨੀ ਕੈਪੈਸਿਟੀ ਦੇ ਪੰਜਾਬ ਦੇ ਵਿੱਚ ਥਰਮਲ ਲੱਗਦੇ ਜੀ। ਹੋਇਆ ਕਿ ਪਹਿਲਾ ਵਿਗਾੜ ਇਹ ਹੋਇਆ ਕਿ ਥਰਮਲ ਹੈ ਜਿਹੜੇ ਉਹ ਡਬਲ ਕੈਪੈਸਿਟੀ ਦੇ ਲਗਾਉਣ ਦਾ ਫੈਸਲਾ ਕਰ ਲਿਆ। ਦੂਸਰਾ ਇਹ ਕਰ ਲਿਆ ਕਿ ਇਹ ਸਮਝੌਤੇ ਹੈ ਜਿਹੜੇ ਇਹ ਲੰਬੇ ਸਮੇਂ ਲਈ ਕਰ ਲਏ ਜੀ। ਇਹ ਸਮਝੌਤੇ 2013-14 ਚ ਥਰਮਲ ਆਪਣੇ ਚਾਲੂ ਹੁੰਦੇ ਨੇ ਔਰ ਇਹ 25 ਵਰਿਆਂ ਲਈ ਕੀਤੇ ਗਏ ਜੀ। ਤੀਸਰਾ ਇਹਦੇ ਵਿੱਚ ਕੁਝ ਮੱਦਾਂ ਇਸ ਕਿਸਮ ਦੀਆਂ ਰੱਖ ਦਿੱਤੀਆਂ ਗਈਆਂ ਜਿਹਦਾ ਪੰਜਾਬ ਦੇ ਵਿੱਚ ਆਪੋਜੀਸ਼ਨ ਬੜਾ ਰੌਲਾ ਵੀ ਪਾਉਂਦੀ ਰਹੀ ਹੈ। ਪੰਜਾਬ ਦੇ ਲੋਕ ਹੈ ਜਿਹੜੇ ਉਹਨੂੰ ਮਹਿਸੂਸ ਵੀ ਕਰਦੇ ਰਹੇ ਨੇ ਕਿ ਫਿਕਸ ਚਾਰਜ ਕਹਿਣ ਤੋਂ ਭਾਵ ਕਿ ਜਦੋਂ ਇਹਨਾਂ ਥਰਮਲਾਂ ਤੋਂ ਪੰਜਾਬ ਗਵਰਨਮੈਂਟ ਜਾਂ ਪਾਵਰਕਾਮ ਬਿਜਲੀ ਪਰਚੇਜ਼ ਨਹੀਂ ਕਰੇਗੀ ਤਾਂ ਇਹਨਾਂ ਥਰਮਲਾਂ ਨੂੰ ਖੜਿਆਂ ਦੇ ਬਿਨਾਂ ਬਿਜਲੀ ਲਏ ਵੀ ਪੰਜਾਬ ਸਰਕਾਰ ਨੂੰ ਜਿਹੜੇ ਆ ਪੈਸੇ ਉਹ ਤਾਰਨੇ ਪੈਣਗੇ। ਜੀ ਬਿਲਕੁਲ, ਇਹ ਵੱਡਾ ਗੱਲ ਹੋਈ ਸੀ। ਇਸ ਤਰ੍ਹਾਂ ਹੀ ਇੱਕ ਫੈਸਲਾ ਸ਼ੁਰੂਆਤੀ ਦੌਰ ਦੇ ਵਿੱਚ ਇਹ ਹੋਇਆ ਸੀ ਕਿ ਜਿਹੜੇ ਥਰਮਲ ਲੱਗਣਗੇ ਪ੍ਰਾਈਵੇਟ, ਉਹਨਾਂ ਲਈ ਜਿਹੜਾ ਕੋਲਾ ਹੈ ਉਹ ਪਛਵਾੜਾ ਕੋਲ ਮਾਈਨ ਜਿਹੜੀ ਪਾਵਰਕਾਮ ਦੀ ਆਪਣੀ ਕੋਲ ਮਾਈਨ ਹੈ ਉੱਥੋਂ ਲਿਆ ਜਾਏਗਾ ਜੀ। ਪਰ ਉਸ ਤੋਂ ਬਾਅਦ ਉਸ ਵੇਲੇ ਦੀ ਬਿਊਰੋਕ੍ਰੇਸੀ ਨੇ ਇਸ ਕਿਸਮ ਦੀ ਕੋਈ ਚੁਸਤ ਚਲਾਕੀ ਕੀਤੀ ਕਿ ਉਹ ਪਛਵਾੜਾ ਕੋਲ ਮਾਈਨ ਦੀ ਥਾਂ ਕੋਲ ਇੰਡੀਆ ਤੋਂ ਜਿਹੜਾ ਕੋਲਾ ਲੈਣ ਦਾ ਫੈਸਲਾ ਜਿਹੜਾ ਉਹ ਕਰ ਲਿਆ ਗਿਆ ਸੀ ਜੀ। ਹੁਣ ਕਿਹਾ ਇਹ ਜਾਂਦਾ, ਜਿਹੜੇ ਸਿਆਸੀ ਮਾਰ ਕਹਿੰਦੇ ਨੇ ਕਿ ਜੇ ਕੋਲਾ ਅਸੀਂ ਪਛਵਾੜਾ ਕੋਲ ਮਾਈਨ ਤੋਂ ਉਸ ਟਾਈਮ ਲੈਂਦੇ ਤਾਂ ਸਾਨੂੰ ਬਿਜਲੀ ਹੈ ਜਿਹੜੀ 25 ਤੋਂ
30 ਪੈਸੇ ਜਿਹੜੀ ਪ੍ਰਤੀ ਯੂਨਿਟ ਸਸਤੀ ਪੈਣੀ ਸੀ। ਜੀ। ਸੋ ਇਹਨਾਂ ਕਾਰਨਾਂ ਕਰਕੇ ਇਹੀ ਨਹੀਂ ਕਿ ਇਹਨੇ ਇਹ ਸਮਝੌਤੇ ਹੋਏ। ਉਸ ਤੋਂ ਬਾਅਦ ਸਰਕਾਰ ਨੇ ਇਹ ਵੀ ਫੈਸਲਾ ਕਰ ਲਿਆ ਸੀ ਕਿ 5400 ਮੈਗਾਵਾਟ ਦੇ ਹੋਰ ਬਿਜਲੀ ਪ੍ਰੋਜੈਕਟ ਲਾਵਾਂਗੇ, ਜਿਹਦੇ ਵਿੱਚ ਤੁਹਾਡੇ ਯਾਦ ਹੋਏਗਾ ਮਾਨਸਾ ਜ਼ਿਲ੍ਹੇ ਦੇ ਵਿੱਚ ਗੋਬਿੰਦਪੁਰਾ ਪਿੰਡ ਪੈਂਦਾ, ਉੱਥੇ ਜ਼ਮੀਨ ਵੀ ਅਕਵਾਇਰ ਕਰ ਲਈ ਸੀਗੀ, ਉੱਥੇ ਥਰਮਲ ਨਹੀਂ ਲੱਗਿਆ। ਇਸ ਤਰ੍ਹਾਂ ਹੀ ਬਠਿੰਡਾ ਜ਼ਿਲ੍ਹੇ ਦਾ ਕੋਟ ਸ਼ਮੀਰ ਪਿੰਡ ਹੈ, ਉੱਥੇ ਵੀ ਫੈਸਲਾ ਕੀਤਾ ਸੀ ਕਿ ਅਸੀਂ ਨਵਾਂ ਪਾਵਰ ਪ੍ਰੋਜੈਕਟ ਲਾਵਾਂਗੇ ਪ੍ਰਾਈਵੇਟ ਖੇਤਰ ਦਾ। ਇਸ ਤਰ੍ਹਾਂ ਹੀ ਗਿੱਦੜਵਾਹਾ ਦੇ ਵਿੱਚ ਪਾਵਰ ਪ੍ਰੋਜੈਕਟ ਲਾਇਆ ਜਾਣਾ ਸੀ ਜੀ। ਇਹ ਸਮਝੌਤੇ ਨਾ ਕਿਸੇ ਰੂਪ ਦੇ ਵਿੱਚ ਸਿਰੇ ਨਹੀਂ ਚੜੇ। ਜੇ ਇਹ ਵੀ ਹੋ ਜਾਂਦੇ ਤਾਂ ਹੋ ਸਕਦਾ ਪੰਜਾਬ ਦੇ ਲੋਕਾਂ ਤੇ ਹੋਰ ਵੀ ਜ਼ਿਆਦਾ ਬਰਡਨ ਹੈ ਜਿਹੜਾ ਪੈਂਦਾ ਜੀ। ਹੁਣ ਤੱਕ ਹੀ ਅਸੀਂ ਜਿਹੜੇ ਇਹਨਾਂ ਦੇ ਵਜੋਂ ਜਿਹੜੇ ਫਿਕਸ ਚਾਰਜ ਕਹਿੰਦੇ ਆ 18000 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਉਹ ਪੰਜਾਬ ਹੈ ਫਿਕਸ ਚਾਰਜ ਦਾ ਇਹਨਾਂ ਨੂੰ ਦੇ ਚੁੱਕਾ ਹੈਗਾ। ਜਦੋਂ ਅਸੀਂ ਗੱਲ ਕਰਦੇ ਆ ਕਿ ਇਹਨਾਂ ਤੇ ਕਾਰਵਾਈ ਕੀ ਕੀਤੀ, ਕਿਉਂਕਿ ਸੁਨੀਲ ਜਾਖੜ ਕਹਿੰਦੇ ਰਹੇ ਬਤੌਰ ਕਾਂਗਰਸ ਆਪੋਜੀਸ਼ਨ ਇਸ ਗੱਲ ਦਾ ਰੌਲਾ ਪੈਂਦਾ ਰਿਹਾ, ਚੋਣਾਂ ਦੇ ਵਿੱਚ ਵੀ ਇਹ ਲੋਕਾਂ ਨਾਲ ਵਾਅਦਾ ਕੀਤਾ ਕਿ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਇਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਜਾਏਗਾ ਜੀ। ਪਰ ਉਹ 5 ਸਾਲਾਂ ਦੇ ਵਿੱਚ ਇਹ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਗਏ ਜੀ। ਮਨਪ੍ਰੀਤ ਬਾਦਲ ਮੇਰੀ ਯਾਦ ਹੈ, ਉਹਨਾਂ ਨੇ ਅਸੈਂਬਲੀ ਦੇ ਸੈਸ਼ਨ ਵਿੱਚ ਬਤੌਰ ਵਿੱਤ ਮੰਤਰੀ ਇਹ ਗੱਲ ਕਹੀ ਸੀ ਕਿ ਇਹਨਾਂ ਸਮਝੌਤਿਆਂ ਕਰਕੇ ਪੰਜਾਬ ਨੂੰ 50,000 ਕਰੋੜ ਰੁਪਏ ਦਾ ਰਗੜਾ ਲੱਗ ਚੁੱਕਾ ਹੈ ਜੀ। ਔਰ ਉਹਨਾਂ ਨੇ ਕਿਹਾ ਸੀ ਕਿ ਇਹਦੀ ਕਮਿਸ਼ਨ ਬਣਾ ਕੇ ਜਾਂਚ ਕੀਤੀ ਜਾਵੇ। ਚੰਨੀ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਵਿਧਾਨ ਸਭਾ ਕਿ ਜਿਹੜੀਆਂ ਬਿਜਲੀ ਦਰਾਂ ਨੇ ਤੈਅ ਹੋਈਆਂ ਨੇ ਇਸ ਪਰਚੇਜ਼ ਐਗਰੀਮੈਂਟ ਦੇ ਵਿੱਚ, ਉਹਨਾਂ ਨੂੰ ਰੱਦ ਕੀਤਾ ਜਾਂਦਾ ਹੈਗਾ। ਪਰ ਪ੍ਰੈਕਟੀਕਲੀ ਉਹਦੇ ਵਿੱਚ ਕੁਝ ਨਹੀਂ ਹੋਇਆ ਸੀਗਾ। ਗੱਲ ਹੁਣ ਇਹ ਵੀ ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਜਦੋਂ ਮਨਪ੍ਰੀਤ ਬਾਦਲ ਇਹ ਕਹਿੰਦੇ ਨੇ ਕਿ 50,000 ਕਰੋੜ ਰੁਪਏ ਦੀ ਗੜਬੜ ਹੋਈ ਹੈ ਨਾ ਸਮਝੌਤਾ ਸਦਕਾ, ਤਾਂ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਜਿਸ ਟਾਈਮ ਇਹ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਸੀ ਜੋ 2007-8 ਦੇ ਵਿੱਚ, ਕਿ ਉਦੋਂ ਮਨਪ੍ਰੀਤ ਸਿੰਘ ਬਾਦਲ ਬਤੌਰ ਅਕਾਲੀ ਨੇਤਾ ਉਸ ਟਾਈਮ ਵਿੱਤ ਮੰਤਰੀ ਸੀ, ਕਿ ਉਹ ਵੀ ਉਹ ਕੈਬਨਿਟ ਦਾ ਪਾਰਟ ਸੀ ਜੀ। ਜੇ ਉਸ ਕੈਬਨਿਟ ਦਾ ਉਹ ਪਾਰਟ ਸੀ ਤਾਂ ਇਹਨਾਂ ਬਿਜਲੀ ਸਮਝੌਤਿਆਂ ਲਈ ਉਹ ਵੀ ਜ਼ਿੰਮੇਵਾਰ ਸਿੱਧੇ ਤੌਰ ਤੇ ਦੇਖਣ ਨੂੰ ਸਾਨੂੰ ਮਿਲਦੇ ਨੇ। ਅਗਰ ਨਹੀਂ ਸੀ ਕੈਬਨਿਟ ਦਾ ਪਾਰਟ ਫਿਰ ਇੱਕ ਡਿਫਰੈਂਟ ਇਸ਼ੂ ਬਣਦਾ ਹੈ ਜੀ। ਬਿਲਕੁਲ। ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਜਾਂਚ ਕਰਾਵਾਂ, ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤੁਹਾਡੇ ਯਾਦ ਹੋਊਗਾ ਕਿ ਉਹਨਾਂ ਨੇ ਵਿਜੀਲੈਂਸ ਕਮਿਸ਼ਨ ਨੂੰ ਇਹਨਾਂ ਬਿਜਲੀ ਸਮਝੌਤਿਆਂ ਦੀ ਜਾਂਚ ਕਰਨ ਲਈ ਕਿਹਾ ਸੀਗਾ ਜੀ। ਇਹ ਨਹੀਂ ਕਿ ਇਹਨਾਂ ਦੀ, ਉਹਨਾਂ ਨੇ ਕਿਹਾ ਸੀ ਕਿ ਜਿੰਨੇ 91 ਦੇ ਕਰੀਬ ਸੋਲਰ એનર્ਜੀ ਦੇ ਸਮਝੌਤੇ ਹੋਏ ਨੇ ਉਹ ਵੀ ਉੱਚੇ ਭਾਅ 'ਚ ਹੋਏ ਨੇ, ਉਹਨਾਂ ਦੀ ਵੀ ਜਾਂਚ ਹੈ ਜਿਹੜੀ ਕੀਤੀ ਜਾਵੇ। ਸੋ ਇਸ ਇੱਕ ਵਾਰੀ ਇਹ ਵੀ ਗੱਲ ਚੱਲੀ ਸੀ ਕਿ ਥਰਡ ਪਾਰਟੀ ਆਡਿਟ ਕਰਾ ਲਿਆ ਜਾਵੇ। ਮਤਲਬ ਇਹ ਸਭ ਗੱਲਾਂ ਤਾਂ ਜ਼ਰੂਰ ਚੱਲਦੀਆਂ ਰਹੀਆਂ। ਉਹ ਵੀ ਲਾਸਟ ਜਿਹੜਾ 1 ਸਾਲ ਸੀ ਉਦੋਂ, ਜਿਵੇਂ ਜੇ ਵਾਈਟ ਪੇਪਰ ਦੀ ਗੱਲ ਚੱਲਦੀ ਰਹੀ ਕਿ ਵਾਈਟ ਪੇਪਰ ਪੇਸ਼ ਕਰਾਂਗੇ, ਬਾਅਦ ਚ ਆ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਵੀ ਗੱਲ ਚਲਾਈ ਸੀ ਤੇ ਵਾਈਟ ਪੇਪਰ ਜਾਰੀ ਕੀਤਾ ਸੀ ਜੀ। ਹੁਣ ਸਵਾਲ ਇਹ ਉੱਠਦਾ ਹੈਗਾ ਆਤਿਸ਼ ਅਲਟੀਮੇਟਲੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਨੇ ਬਤੌਰ ਜਿਵੇਂ ਹਰਪਾਲ ਸਿੰਘ ਚੀਮਾ ਖੁਦ ਆਪੋਜੀਸ਼ਨ ਲੀਡਰ ਇਹ ਕਹਿੰਦੇ ਰਹੇ ਨੇ ਕਿ ਕਾਂਗਰਸ ਵਾਲੇ ਇਸ ਕਰਕੇ ਬਿਜਲੀ ਸਮਝੌਤੇ ਰੱਦ ਨਹੀਂ ਕਰ ਰਹੇ ਕਿ ਉਹਨਾਂ ਦੀ ਕਾਰਪੋਰੇਟ ਘਰਾਣਿਆਂ ਨਾਲ ਮਿਲੀ ਭੁਗਤ ਹੈ ਜੀ, ਇਸ ਕਰਕੇ ਨਹੀਂ ਰੱਦ ਕਰ ਰਹੇ। ਤਾਂ ਹੁਣ ਕੁਐਸਚਨ ਉਹਨਾਂ ਚੀਮਾ ਸਾਹਿਬ ਤੇ ਵੀ ਉੱਠਦਾ ਹੈਗਾ ਕਿ ਜੇ ਉਹ ਉਸ ਟਾਈਮ ਉਹਨਾਂ ਦੀ ਕਾਰਪੋਰੇਟ ਘਰਾਣਿਆਂ ਨਾਲ ਗਿਟਮਿਟ ਸੀ, ਉਹ ਨਹੀਂ ਰੱਦ ਕਰ ਸਕੇ, ਤਾਂ ਫਿਰ ਹੁਣ ਆਮ ਆਦਮੀ ਪਾਰਟੀ ਦੀ ਕੀ ਪ੍ਰੋਬਲਮ ਹੈ ਇਹਨਾਂ ਸਮਝੌਤਿਆਂ ਨੂੰ ਰੱਦ ਕਰਨ ਦੇ ਵਿੱਚ ਹਿੱਚ ਕਿਉਂ ਹੈ? ਕਿਉਂਕਿ ਲੋਕ ਇਹਨਾਂ ਤੋਂ ਐਕਸਪੈਕਟ ਵੀ ਜ਼ਿਆਦਾ ਕਰਦੇ ਨੇ ਕਿ ਜੋ ਇਹ ਕਹਿੰਦੇ ਨੇ ਉਹ ਕਰਦੇ ਨੇ, ਪਰ ਬਿਜਲੀ ਸਮਝੌਤਿਆਂ ਦੇ ਮਾਮਲੇ 'ਚ ਅਜੇ ਤੱਕ ਨਹੀਂ ਕੀਤਾ ਗਿਆ ਜੀ। ਸੋ ਹੁਣ ਇਹਨੂੰ ਪ੍ਰੈਕਟੀਕਲੀ ਰੂਪ ਦੇ ਵਿੱਚ ਦੇਖੀਏ ਕਿ ਇਹ ਰੱਦ ਹੋ ਸਕਣਗੇ। ਇਹ ਸਭ ਤੋਂ ਵੱਡਾ ਸਵਾਲ, ਇਹ ਸਭ ਤੋਂ ਵੱਡਾ ਸਵਾਲ ਹੈਗਾ। ਹੁਣ ਮਸਲਾ ਇਹ ਹੈ ਕਿ ਜਿਸ ਟਾਈਮ ਇਹ ਸਮਝੌਤੇ ਰੱਦ ਕਰਨ ਦੀ ਗੱਲ ਚੱਲਦੀ ਸੀ ਉਦੋਂ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਡਿਮਾਂਡ ਉਨੀ ਨਹੀਂ ਸੀ ਜੀ, ਜਿਹੜੀ ਪੀਕ ਡਿਮਾਂਡ ਹੈ। ਹੁਣ ਸਾਡੀ ਡਿਮਾਂਡ ਹੀ ਇੰਨੀ ਹੋ ਗਈ ਹੈ ਕਿ ਅਸੀਂ ਰਿਸਕ ਨਹੀਂ ਲੈ ਸਕਦੇ ਕਿ ਜੇ ਬਿਜਲੀ ਸਮਝੌਤੇ ਰੱਦ ਕਰਦੇ ਤਾਂ ਸਾਡੇ ਕੋਲੇ ਅਲਟਰਨੇਟਿਵ ਬਿਜਲੀ ਦਾ ਕੀ ਪ੍ਰਬੰਧ ਹੈ ਜੀ। ਹੁਣ ਸਾਡੀ ਐਤਕੀ ਜਿਹੜੀ ਅਸੈਸ ਕੀਤੀ ਹੈਗੀ, ਜਸਟੀਮੇਟ ਲਾਇਆ ਹੈਗਾ, ਉਹ 15,500 ਮੈਗਾਵਾਟ ਬਿਜਲੀ ਦੀ ਡਿਮਾਂਡ ਹੈ ਜਿਹੜੀ ਦੱਸੀ ਜਾ ਰਹੀ ਹੈ ਜੀ। ਤੇ ਹੁਣ ਸਾਡੇ ਕੋਲੇ ਅਲਟਰਨੇਟਿਵ ਕੋਈ ਨਹੀਂ। ਬਿਲਕੁਲ। ਇਸ ਕਰਕੇ ਸਾਨੂੰ ਇਹ ਬਾਰਾ ਹੀ ਨਹੀਂ ਖਾਂਦਾ ਕਿ ਅਸੀਂ ਬਿਜਲੀ ਸਮਝੌਤੇ ਅਸੀਂ ਰੱਦ ਕਰ ਸਕਾਂਗੇ। ਦੂਸਰਾ ਇਹ ਕਿ ਪਹਿਲਾਂ ਅਸੀਂ ਫਿਕਸ ਚਾਰਜ ਦਿੰਦੇ ਸੀ ਜੀ, ਕਿ ਜਿੰਨਾ ਟਾਈਮ ਬਿਜਲੀ ਪ੍ਰਾਈਵੇਟ ਥਰਮਲ ਨਹੀਂ ਚੱਲਦੇ ਸੀ, ਸਾਨੂੰ ਬਿਜਲੀ ਦੀ ਡਿਮਾਂਡ ਨਹੀਂ ਹੁੰਦੀ ਸੀ, ਲੋੜ ਨਹੀਂ ਸੀ ਹੁੰਦੀ, ਤਾਂ ਅਸੀਂ ਫਿਰ ਵੀ ਉਹਨਾਂ ਨੂੰ ਪੈਸੇ ਤਾਰਦੇ ਸੀ ਜੀ। ਹੁਣ ਕੀ ਹੈ ਆਤਿਸ਼ ਕਿ ਹੁਣ ਅਸੀਂ ਉਹਨਾਂ ਦੀ ਡਿਮਾਂਡ ਹੀ ਇੰਨੀ ਹੋ ਗਈ ਕਿ ਉਹ ਚੱਲਦੇ ਰਹਿੰਦੇ ਨੇ ਜੀ। ਬਿਲਕੁਲ। ਹੁਣ ਸਾਨੂੰ ਫਿਕਸ ਚਾਰਜ ਹੈ ਜਿਹੜੇ ਉਹ ਵੀ ਘਟ ਗਏ। ਹੁਣ ਤਾਂ ਇੱਥੋਂ ਤੱਕ ਤੁਸੀਂ ਦੇਖਿਆ ਹੋਊ ਕਿ ਪਿਛਲੇ ਦਿਨ ਸਰਕਾਰ ਦਾ ਇਹ ਵੀ ਵਰਜ਼ਨ ਆਇਆ ਸੀ ਇੱਕ ਕਿ ਜਿਹੜੀ ਪਿਛਵਾੜਾ ਕੋਲ ਮਿਲ ਤੋਂ ਅਸੀਂ ਪਬਲਿਕ ਸੈਕਟਰ ਦੇ ਸਾਡੇ ਥਰਮਲ ਹੈ ਉਹਨਾਂ ਲਈ ਕੋਲਾ ਵਰਤ ਰਹੇ ਹਾਂ ਜੀ।
ਅਸੀਂ ਕੋਸ਼ਿਸ਼ ਕਰਾਂਗੇ, ਕਹਿੰਦੇ ਭਾਰਤ ਸਰਕਾਰ ਸਾਨੂੰ ਇਸ ਗੱਲ ਦੀ ਪ੍ਰਵਾਨਗੀ ਦੇਵੇ ਕਿ ਪਿਛਵਾੜਾ ਕੋਲ ਮੈਨ ਦਾ ਜਿਹੜਾ ਕੋਲਾ ਹੈ ਉਹ ਅਸੀਂ ਪ੍ਰਾਈਵੇਟ ਥਰਮਲਾਂ ਲਈ ਵੀ ਵਰਤ ਸਕੀਏ। ਜੀ ਬਿਲਕੁਲ। ਸੋ ਅਸੀਂ ਤਾਂ ਉਹਨਾਂ ਨੂੰ ਅੱਗੇ ਚਲਾਉਣ ਦੇ ਲਈ ਇਸ ਤਰ੍ਹਾਂ ਦੀ ਵਿਉਂਤਾਂ ਬਣਾ ਰਹੇ ਹਾਂ। ਹੁਣ ਸਾਡੀਆਂ ਪ੍ਰੈਕਟੀਕਲ ਲੋੜਾਂ ਜਿਹੜੀਆਂ ਹੋਰ ਹੋ ਗਈਆਂ ਨੇ, ਪਰ ਸਰਕਾਰ ਜੇ ਚਾਹੇ ਠੀਕ ਹੈ ਕਿ ਰੱਦ ਨਹੀਂ ਕਰ ਸਕਦੀ, ਕਿ ਪਹਿਲੇ ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਜਾਂ ਮਾਹੌਲ ਠੀਕ ਸੀ ਉਦੋਂ ਰੱਦ ਹੋ ਸਕਦੇ ਸੀ, ਉਦੋਂ ਸਾਡੀ ਡਿਮਾਂਡ ਹੈ ਜਿਹੜੀ ਬਿਜਲੀ ਦੀ ਇੰਨੀ ਨਹੀਂ ਸੀ। ਹੁਣ ਸਰਕਾਰ ਇੰਨਾ ਕਰ ਸਕਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਬਿਜਲੀ ਖਰੀਦ ਸਮਝੌਤੇ ਮਹਿੰਗੇ ਭਾਅ ਦੇ ਕੀਤੇ ਸੀ, ਜੀ ਜਿਨ੍ਹਾਂ ਅਫਸਰਾਂ ਦੀ ਇਹਦੇ ਵਿੱਚ ਇਨਵੋਲਵਮੈਂਟ ਸੀ, ਜਿਨ੍ਹਾਂ ਨੇ ਇਹ ਫੈਸਲੇ ਲਏ ਸੀ ਕਿ ਪਿਛਵਾੜਾ ਕੋਲ ਮਾਈਨ ਦਾ ਕੋਲਾ ਨਹੀਂ ਲੈਣਾ, ਅਸੀਂ ਤਾਂ ਕੋਲ ਇੰਡੀਆ ਦਾ ਲੈਣਾ ਹੈ, ਜੀ, ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ 2000 ਮੈਗਾਵਾਟ ਨਹੀਂ ਅਸੀਂ ਤਾਂ 3920 ਮੈਗਾਵਾਟ ਦੇ ਲਾਵਾਂਗੇ, ਜੀ, ਜਾਂ ਮਹਿੰਗੀ ਬਿਜਲੀ ਦੇ ਸਮਝੌਤੇ ਕੀਤੇ ਦਰਾਂ ਦੇ, ਤਾਂ ਉਹਨਾਂ ਨੂੰ ਇਹ ਸਰਕਾਰ ਸਜ਼ਾ ਜ਼ਰੂਰ ਦੇ ਸਕਦੀ ਹੈ, ਉਹਨੂੰ ਕੋਈ ਇਨਕੁਆਇਰ ਕਰਾ ਸਕਦੀ ਹੈ। ਸੋ ਇਹ ਰਾਹ ਹੈ ਜਿਹੜਾ ਉਹ ਹੋ ਸਕਦਾ ਹੈ। ਬਾਕੀ ਪੋਲੀਟੀਕਲੀ ਸਰਕਾਰਾਂ ਕੁਝ ਵੀ ਕਹਿਣ ਕਿ ਅਸੀਂ ਇਹਨਾਂ ਨੂੰ ਰੱਦ ਕਰਾਂਗੇ, ਉਹਨਾਂ ਨੂੰ ਨੋਟਿਸ ਦੇਵਾਂਗੇ, ਪ੍ਰੋਸੈਸ ਸ਼ੁਰੂ ਕਰਾਂਗੇ, ਉਹ ਵੱਖਰੀ ਗੱਲ ਹੈ, ਪਰ ਪ੍ਰੈਕਟੀਕਲੀ ਇਹ ਸਾਨੂੰ ਹਕੀਕਤ ਬਣਦਾ ਨਜ਼ਰ ਨਹੀਂ ਆਉਂਦਾ। ਜੀ ਚਰਨਜੀਤ ਜੀ, ਬਿਜਲੀ ਸਮਝੌਤਿਆਂ ਨਾਲ ਹੀ ਜੁੜਿਆ ਹੋਇਆ ਇੱਕ ਮਸਲਾ ਹੋਰ ਹੈ, ਕਿਉਂਕਿ ਲੰਘੇ ਦਿਨ ਪੰਜਾਬ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਇੱਕ ਤਾਂ ਅਸੀਂ ਜਾਣਨਾ ਚਾਹਾਂਗੇ ਇਸ ਨਾਲ ਪੰਜਾਬ ਤੇ ਕਿੰਨਾ ਕੁ ਬੋਝ ਜਿਹੜਾ ਹੈਗਾ ਹੋਰ ਵਧੇਗਾ, ਤੇ ਦੂਜਾ ਸਵਾਲ ਇਹ ਵੀ ਨਿਕਲ ਕੇ ਆਉਂਦਾ, ਪੰਜਾਬ ਸਰਕਾਰ ਆਖਿਰਕਾਰ ਪੰਜਾਬੀਆਂ ਨੂੰ, ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ 'ਚ ਕਾਮਯਾਬ ਕਿਉਂ ਨਹੀਂ ਹੋ ਪਾ ਰਹੀ? ਇਹ ਮਹਿੰਗੀ ਬਿਜਲੀ ਕਿਉਂ ਹੁੰਦੀ ਜਾ ਰਹੀ ਹੈ? ਦੇਖੋ, ਬਿਲਕੁਲ ਠੀਕ ਹੈ ਕਿ ਕੱਲ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਹੈ ਜਿਹੜਾ, ਉਹਨੇ ਨਵਾਂ ਟੈਰਿਫ ਜਾਰੀ ਕੀਤਾ ਕਿ ਅੱਜ ਤੋਂ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਉਹ ਮਹਿੰਗੀ ਹੋ ਗਈ ਹੈ। ਆਤਿਸ਼, ਨਾਰਮਲੀ ਆਪਾਂ ਦੇਖਦੇ ਹੈਗੇ ਆ ਕਿ ਜਦੋਂ ਵੀ ਚੋਣਾਂ ਵਾਲਾ ਸਾਲ ਲੰਘ ਜਾਂਦਾ ਜੀ, ਪਿਛਲਾ ਮੈਂ 25 ਸਾਲ ਦਾ ਇੱਕ ਐਕਸਪੀਰੀਅੰਸ ਦੱਸ ਰਿਹਾ ਜੀ, ਕਿ ਜਿਸ ਸਾਲ ਸਰਕਾਰ ਰਾਜ ਭਾਗ ਸੰਭਾਲਦੀ ਹੈ ਤਾਂ ਪਹਿਲੇ ਸਾਲ ਹੀ ਬਿਜਲੀ ਦੀਆਂ ਜਿਹੜੀਆਂ ਦਰਾਂ ਹੈ ਉਹ ਵਧ ਜਾਂਦੀਆਂ ਨੇ ਜੀ, ਪਰ ਜਦੋਂ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੀ ਸਹੁੰ ਚੁੱਕੀ ਤਾਂ ਇੰਨਾ ਸ਼ੁਕਰ ਕਰੋ ਕਿ ਇਹਨਾਂ ਨੇ ਪਹਿਲੇ ਸਾਲ ਹੈ ਜਿਹੜੀਆਂ ਉਹ ਬਿਜਲੀ ਦੇ ਰੇਟ ਹੈ ਉਹ ਨਹੀਂ ਵਧਾਏ। ਹੁਣ ਕੱਲ ਰੈਗੂਲੇਟਰੀ ਕਮਿਸ਼ਨ ਨੇ ਰੇਟ ਵਧਾਏ ਨੇ, ਜਿਹਦੇ ਵਿੱਚ ਔਸਤਨ ਇਹਨਾਂ ਨੇ ਕਿਹਾ ਕਿ ਤਕਰੀਬਨ 56 ਪੈਸੇ ਬਿਜਲੀ ਹੈ ਜਿਹੜੀ ਮਹਿੰਗੀ ਕਰ ਦਿੱਤੀ ਹੈ, 7 ਰੁਪਏ 4 ਪੈਸੇ ਪ੍ਰਤੀ ਯੂਨਿਟ ਹੈ ਜਿਹੜੀ ਬਿਜਲੀ ਪਏਗੀ। ਇਹ ਸਮੁੱਚੀ ਹੈ, ਜਿਹਦੇ ਚ ਡੋਮੈਸਟਿਕ ਵੀ ਹੈ, ਕਮਰਸ਼ੀਅਲ ਵੀ ਹੈ, ਔਰ ਇੰਡਸਟਰੀ ਦੀ ਬਿਜਲੀ ਵੀ ਸ਼ਾਮਲ ਹੈ ਇਹਦੇ ਵਿੱਚ। ਜੇ ਆਪਾਂ ਉਹਨੂੰ ਕੈਟਾਗਰੀ ਬਣਾ ਕੇ ਦੇਖਣਾ ਹੋਵੇ ਤਾਂ ਡੋਮੈਸਟਿਕ ਬਿਜਲੀ ਹੈ ਜਿਹੜੀ ਉਹ 65 ਪੈਸੇ ਉਹਦਾ ਰੇਟ ਹੈ ਜਿਹੜਾ ਵਧਾਇਆ ਗਿਆ। ਇਸ ਤਰ੍ਹਾਂ ਜਿਹੜੀ ਕਮਰਸ਼ੀਅਲ ਬਿਜਲੀ ਹੈ ਉਹਦਾ ਰੇਟ 47 ਪੈਸੇ ਵਧਾਇਆ ਗਿਆ। ਇਸ ਤਰ੍ਹਾਂ ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਉਹਦਾ ਜਿਹੜਾ ਰੇਟ ਹੈ ਉਹ 90 ਪੈਸੇ ਪ੍ਰਤੀ ਯੂਨਿਟ ਉਹਦੇ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵਾਧਾ ਜਿਹੜਾ ਅੱਜ ਤੋਂ ਲਾਗੂ ਹੋ ਜਾਣਾ ਹੈਗਾ। ਹੁਣ ਆਪਾਂ ਪਿਛਲੇ ਸਮੇਂ 'ਚ ਨਜ਼ਰ ਮਾਰਦੇ ਹਾਂ, ਕਿਉਂਕਿ ਆਪੋਜੀਸ਼ਨ ਹਮੇਸ਼ਾ ਕਹਿੰਦੀ ਹੈ ਕਿ ਜੀ ਜਿਹੜੀ ਵੀ ਪਾਰਟੀ ਆਪੋਜੀਸ਼ਨ 'ਚ ਹੁੰਦੀ ਉਹਨੇ ਕਹਿਣਾ ਕਿ ਲੋਕਾਂ ਤੇ ਬੋਝ ਪਾਤਾ, ਔਰ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਨੇ ਕਹਿਣਾ ਕਿ ਜੀ ਇਹ ਬੋਝ ਨਹੀਂ, ਇਹ ਸਾਡੀ ਲੋੜ ਸੀ, ਕਿਉਂਕਿ ਬਿਜਲੀ ਦੇ ਖਰਚੇ ਜਿਹੜੇ ਬਹੁਤ ਜ਼ਿਆਦਾ ਵੱਧ ਗਏ ਨੇ। ਜਿਸ ਤਰ੍ਹਾਂ ਪਾਵਰਕੌਮ ਨੇ ਆਪਣਾ ਲੌਜਿਕ ਖੜਾ ਕੀਤਾ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਇੰਪੋਰਟਡ ਕੋਲ ਯੂਜ਼ ਕਰਦੇ ਹੈਗੇ ਆ, ਜਾਂ ਸਾਡੀਆਂ ਹੋਰ ਇਨਪੁੱਟ ਕਾਸਟ ਹੈ, ਰੇਲਵੇ ਦਾ ਭਾੜਾ ਹੈ ਉਹ ਵੱਧ ਗਿਆ, ਜਿਹੜੀ ਐਕਸਚੇਂਜ ਦੇ ਵਿੱਚ ਬਿਜਲੀ ਦੇ ਰੇਟ ਹੈ ਉਹ ਮਹਿੰਗੇ ਹੋ ਗਏ, ਜਾਂ ਸਾਨੂੰ ਨਵੇਂ ਪੇ ਸਕੇਲ ਦੇਣੇ ਪੈ ਰਹੇ ਮੁਲਾਜ਼ਮਾਂ ਨੂੰ। ਇਹਨਾਂ ਕਰਕੇ ਸਾਨੂੰ ਜਿਹੜੇ ਰੇਟ ਹੈ ਉਹ ਵਧਾਉਣੇ ਪੈ ਰਹੇ ਨੇ, ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਬਿਜਲੀ ਦੇ ਰੇਟ ਆਤਿਸ਼ ਵਧੇ ਵੀ ਨਹੀਂ ਸੀ। ਬਿਲਕੁਲ, ਹਨਾ। ਹੁਣ ਵਿਗਾੜ ਕਿੱਥੇ ਪੈਦਾ ਹੁੰਦਾ ਹੈ? ਹੁਣ ਇਹੀ ਗੱਲ ਹੈ ਕਿ ਜੇ ਸਾਡੇ ਪੋਲੀਟੀਕਲ ਲੋਕ ਹੈ, ਅਸਲ 'ਚ ਸਿਆਸਤਦਾਨ ਇਹਦੇ ਲਈ ਜ਼ਿੰਮੇਵਾਰ ਹੈਗਾ। ਹੁਣ ਹਰ ਸਾਲ ਥੋੜੇ ਹੁਣ ਪਾਵਰਕੌਮ ਦਾ ਤਾਂ ਆਪਣਾ ਇੱਕ ਦਲੀਲ ਹੈਗੀ ਹੈ, ਉਹ ਕਹਿੰਦੇ ਕਿ ਜਦੋਂ ਸਾਡੀਆਂ ਕਾਸਟ ਵੱਧ ਰਹੀ ਹੈ ਤਾਂ ਅਸੀਂ ਲੋਕਾਂ ਨੂੰ ਬਿਜਲੀ ਸਸਤੀ ਕਿਵੇਂ ਦੇ ਰਹੇ ਹਾਂ। ਲੋਕ ਕਹਿੰਦੇ ਨੇ ਕਿ ਸਾਨੂੰ ਬਿਜਲੀ ਹੈ ਜਿਹੜੀ ਸਸਤੀ ਵੀ ਮਿਲਣੀ ਚਾਹੀਦੀ ਹੈ, ਔਰ ਬਿਜਲੀ ਸਾਨੂੰ ਰੈਗੂਲਰ ਵੀ ਮਿਲਣੀ ਚਾਹੀਦੀ ਹੈ, ਤਾਂ ਫਿਰ ਪੋਸੀਬਲ ਕਿਵੇਂ ਹੋ ਸਕਦੀ ਹੈ? ਵੱਡਾ ਕੁਐਸਚਨ ਇਹ ਹੈਗਾ। ਹੁਣ ਜਦੋਂ ਰੇਟ ਵਧਣਗੇ, ਇਨਪੁੱਟ ਕਾਸਟ ਵਧੇਗੀ, ਤਾਂ ਨੈਚੁਰਲੀ ਜਾਂ ਤਾਂ ਫਿਰ ਤੁਸੀਂ ਕਰਜ਼ਾ ਚੁੱਕੋਗੇ ਜੇ ਲੋਕਾਂ ਨੂੰ ਬਿਜਲੀ ਸਸਤੀ ਦੇਣੀ ਹੈ। ਉਹ ਕਿੱਥੋਂ ਦੀ ਵੀ ਜਿਹੜੀ ਸਿਆਣਪ ਹੈ ਉਸ ਨੂੰ ਕਿਹਾ ਨਹੀਂ ਜਾ ਸਕਦਾ। ਹਾਲਾਂਕਿ ਪਿਛਲੀਆਂ ਸਰਕਾਰਾਂ ਨੇ ਤਾਂ ਕਾਫੀ ਰੇਟ ਵਧਾਏ ਸੀਗੇ। ਅਕਾਲੀ ਭਾਜਪਾ ਸਰਕਾਰ ਨੇ 2 ਵਾਰੀ ਜਿਹੜੇ ਬਿਜਲੀ ਦੇ ਰੇਟ ਹੈ ਆਪਣੇ ਟੈਨਿਓਰ ਦੇ 10 ਸਾਲਾਂ ਦੇ ਵਿੱਚ ਉਹ 12% ਤੋਂ ਜ਼ਿਆਦਾ ਵਧਾਏ ਸੀਗੇ ਇਹਨੇ। ਪਰ ਪਿਛਲੇ ਜਦੋਂ ਚੋਣਾਂ ਵਾਲਾ ਵਾਰਾ ਹੁੰਦਾ ਹੈ ਉਦੋਂ ਕੋਈ ਰੇਟ ਨਹੀਂ ਵਧਾਇਆ ਜਾਂਦਾ, ਬਲਕਿ ਰੇਟ ਘਟਾਏ ਵੀ ਜਾਂਦੇ ਨੇ। ਜਦੋਂ ਚੋਣਾਂ ਹੋ ਗਈਆਂ ਉਦੋਂ ਰੇਟ ਵਧਾਏ ਜਾਂਦੇ ਨੇ। ਚਾਹੀਦਾ ਤਾਂ ਇਹ ਹੈ ਕਿ ਹਰ ਸਾਲ ਜਿੰਨੀ ਕੁ ਤੁਹਾਡੀ ਬਣਦੀ ਹੈਗੀ ਹੈ ਉਹਦੇ ਉਸ ਲਿਹਾਜ਼ ਨਾਲ ਜਿਹੜਾ ਰੇਟ ਹੈ ਉਹ ਇਨਕਰੀਜ਼ ਕਰ ਦਿੱਤਾ ਜਾਵੇ, ਪਰ ਅਜਿਹਾ ਆਤਿਸ਼ ਹੁੰਦਾ ਨਹੀਂ ਹੈਗਾ, ਕਿਉਂਕਿ ਉਹਨੂੰ ਪੋਲੀਟੀਕਲੀ ਨਜ਼ਰੀਏ ਨਾਲ ਜਿਹੜਾ ਹੈਗਾ ਉਹ ਦੇਖਿਆ ਜਾਂਦਾ ਹੈਗਾ। ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਜਿਹੜਾ ਆਪਾਂ ਰੀਜ਼ਨੇਬਲੀ ਸੋਚੀਏ ਕਿ ਲੋਕਾਂ ਨੂੰ ਜਿਹੜੀ ਬਿਜਲੀ ਹੈ ਉਹ ਰੀਜ਼ਨੇਬਲ ਰੇਟਾਂ ਤੇ ਮਿਲਣੀ ਚਾਹੀਦੀ ਹੈ। ਲੋਕਾਂ ਨੂੰ ਜਿਹੜੀ ਬਿਜਲੀ ਹੈ ਉਹ ਰੈਗੂਲਰ ਮਿਲਣੀ ਚਾਹੀਦੀ ਹੈ, ਕੱਟ ਫ੍ਰੀ ਮਿਲਣੀ ਚਾਹੀਦੀ ਹੈ। ਤਾਂ ਵਿਗਾੜ ਕਿੱਥੇ ਪੈਦਾ ਹੁੰਦਾ ਹੈ?
ਅਸੀਂ ਤਾਂ ਲੋਕਾਂ ਨੂੰ ਬਿਜਲੀ ਮੁਫਤ ਦੇ ਰਹੇ ਹਾਂ। ਜੀ ਬਿਲਕੁਲ। ਇਹਦਾ ਮਤਲਬ ਸਾਡੇ ਕੋਲੇ ਕੋਈ ਕਮੀ ਨਹੀਂ ਪੈਸੇ ਦੀ। ਜੇ ਪੈਸੇ ਦੀ ਕਮੀ ਨਹੀਂ ਤਾਂ ਫਿਰ ਰੇਟ ਵਧਾਉਣ ਦੀ ਕੀ ਲੋੜ ਹੈਗੀ ਜੀ। ਹੁਣ ਇੱਕ ਆਤਿਸ਼ ਤੂੰ ਪੰਜਾਬ ਦੇ ਵਿੱਚ ਕਦੇ ਇਹ ਨਹੀਂ ਦੇਖਿਆ ਹੋਣਾ, ਤੁਸੀਂ ਵੀ ਹੁਣ ਪੱਤਰਕਾਰਤਾ 'ਚ ਕਈ ਸਾਲ ਹੋ ਗਏ ਨੇ ਜੀ, ਕਿ ਪੰਜਾਬ ਦੇ ਵਿੱਚ ਕਦੇ ਕੋਈ ਧਰਨਾ ਮੁਜ਼ਾਹਰਾ ਹੋਇਆ ਹੋਵੇ ਕਿ ਸਾਨੂੰ ਬਿਜਲੀ ਮੁਫਤ ਚਾਹੀਦੀ ਹੈ। ਜੀ ਕਦੇ ਨਹੀਂ ਹੋਇਆ। ਬਿਲਕੁਲ। ਜਦੋਂ ਵੱਡੇ ਬਾਦਲ ਨੇ ਕਿਸਾਨਾਂ ਨੂੰ ਬਿਜਲੀ ਮੁਫਤ ਕੀਤੀ ਹੈ, ਉਸ ਤੋਂ ਪਹਿਲਾਂ ਬੀਬੀ ਭੱਠਲ ਨੇ ਕੀਤੀ ਸੀ, ਜੀ। ਤਾਂ ਪੰਜਾਬ ਦੇ ਵਿੱਚ ਕਿਸੇ ਵੀ ਕਿਸਾਨ ਜਥੇਬੰਦੀ ਦੀ ਇਹ ਮੰਗ ਨਹੀਂ ਸੀ ਕਿ ਖੇਤਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇ। ਜੀ। ਇਹਦਾ ਮਤਲਬ ਸਿਆਸਤਦਾਨਾਂ ਨੇ ਜਿਹੜੀ ਸਾਡੀ ਡਿਮਾਂਡ ਲੋਕਾਂ ਦੀ ਹੈ ਹੀ ਨਹੀਂ, ਉਹ ਸਾਨੂੰ ਆਪ ਅਸੀਂ ਖੁਦ ਪੈਦਾ ਕੀਤੀ ਹੈਗੀ ਹੈ। ਹੁਣ ਅਸੀਂ ਖੇਤੀ ਮੋਟਰਾਂ ਤੇ ਬਿੱਲ ਨਹੀਂ ਲਾ ਸਕਦੇ, ਸਾਡੀ ਪੋਲੀਟੀਕਲ ਬਿੱਲ ਹੀ ਹੈ ਨਹੀਂ, ਸਾਨੂੰ ਐ ਲੱਗਦਾ ਕਿ ਲਾਤੀ ਤਾਂ ਵੋਟਾਂ ਕਰਾਵਾਂ। ਜੀ ਬਿਲਕੁਲ। ਇਸ ਤਰ੍ਹਾਂ ਜਿਹੜੇ 600 ਯੂਨਿਟ ਹੁਣ ਬਿਜਲੀ ਦਿੱਤੀ ਹੈ, ਇਹ ਵੀ ਦੇਰ ਸਵੇਰੇ ਹੀ ਪੌੜਾ ਪੈਣਾ ਹੈਗਾ। ਜੀ। ਕਿਉਂ ਨਹੀਂ ਤੁਸੀਂ ਵਿਡਰਾਅ ਨਹੀਂ ਕਰਦੇ? ਲੋਕ ਆਪਣਾ ਰਾਈਟ ਵੀ ਸਮਝਣਾ ਸ਼ੁਰੂ ਕਰ ਦਿੰਦੇ ਨੇ। ਬਿਲਕੁਲ। ਹੁਣ ਖੇਤੀ ਸੈਕਟਰ ਦੀ ਜਿਹੜੀ ਮੁਫਤ ਬਿਜਲੀ ਹੈ, ਉਹ ਕਿਸਾਨਾਂ ਨੂੰ ਲੱਗਦਾ ਹੀ ਨਹੀਂ ਕਿ ਸਾਨੂੰ ਕਿ ਇਹ ਸਰਕਾਰ ਸਹੂਲਤ ਦੇ ਰਹੀ ਹੈ। ਹਾਲਾਂਕਿ ਆਪਾਂ ਕਿੰਨੇ ਵਾਰੀ ਇਹ ਗੱਲ ਡਿਸਕਸ ਕੀਤੀ ਹੈ ਕਿ ਸਾਰੇ ਲੋਕਾਂ ਨੂੰ ਜਿਹੜੀ ਸਬਸਿਡੀ ਹੈ ਉਹ ਮਿਲਣੀ ਚਾਹੀਦੀ ਹੈ, ਜਿਨ੍ਹਾਂ ਕੋਲੇ ਮੋਟਰਾਂ ਨਹੀਂ ਉਹਨਾਂ ਨੂੰ ਮਿਲਦੀ ਹੀ ਨਹੀਂ। ਜੀ ਬਿਲਕੁਲ। ਸੋ ਇਸ ਕਿਸਮ ਦੇ ਨੁਕਤੇ ਆ ਜਿਹੜੇ ਉਹ ਉੱਭਰ ਕੇ ਸਾਡੇ ਸਾਹਮਣੇ ਜਿਹੜੇ ਆਤਿਸ਼ ਆ ਰਹੇ ਨੇ ਕਿ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੁੰਦੀ ਸਰਕਾਰਾਂ ਖੁਦ ਹੀ ਦੇ ਦਿੰਦੀਆਂ ਨੇ। ਚਾਹੇ ਹੁਣ ਤੁਹਾਡੀ ਜਿਹੜਾ ਇਲੈਕਟ੍ਰਿਸਿਟੀ ਐਕਟ ਬਣਿਆ ਸੀ 2003 ਦਾ, ਜੀ, ਉਹਦੇ ਵਿੱਚ ਇੱਕ ਗੱਲ ਬੜੀ ਸਾਫ਼ ਲਿਖੀ ਸੀ ਕਿ ਇਹਦੇ ਵਿੱਚ ਜਿਹੜਾ ਟੈਰਿਫ ਹੈ, ਜੀ, ਟੈਰਿਫ ਦੇ ਵਿੱਚ ਪੋਲੀਟੀਸ਼ੀਅਨਾਂ ਦੀ ਕਿਸੇ ਕਿਸਮ ਦੀ ਕੋਈ ਦਖਲ ਅੰਦਾਜ਼ੀ ਹੈ ਜਿਹੜੀ ਉਹ ਬਿਲਕੁਲ ਨਹੀਂ ਹੋਏਗੀ। ਜੀ। ਪਰ ਹੋ ਉਲਟਾ ਰਿਹਾ ਹੈ ਬਿਲਕੁਲ ਕਿ ਸਾਡੇ ਪੋਲੀਟੀਸ਼ੀਅਨ ਦਖਲ ਦੇ ਰਹੇ ਆ। ਅੱਛਾ, ਰੈਗੂਲੇਟਰ ਬਣਾਇਆ ਹੈਗਾ। ਰੈਗੂਲੇਟਰ ਕਿਉਂਕਿ ਉਹਦੇ ਵਿੱਚ ਚੇਅਰਮੈਨ ਜਾਂ ਮੈਂਬਰ ਹੈ ਉਹ ਵੀ ਸਰਕਾਰ ਲਾਉਂਦੀ ਹੈ, ਇਸ ਕਰਕੇ ਉਹ ਵੀ ਸਰਕਾਰ ਦੇ ਦਬਾਅ ਹੇਠ ਕੰਮ ਕਰਦੇ ਨੇ। ਜੀ ਬਿਲਕੁਲ। ਉਹ ਵੋਟਾਂ ਦੇ ਡਰੋਂ ਬਿਜਲੀ ਦੇ ਰੇਟ ਵਧਾਉਂਦੇ ਹੀ ਨਹੀਂ, ਤੇ ਜਦੋਂ ਵਧਾਉਂਦੇ ਨੇ ਫਿਰ ਰੌਲਾ ਪੈਣਾ ਸੁਭਾਵਿਕ ਹੈ। ਨਹੀਂ, ਨਾਰਮਲ ਵੱਧਦੇ ਰਹਿਣ। ਪੰਜਾਬ ਦੇ ਵਿੱਚ ਬਿਜਲੀ ਚੋਰੀ ਕਿੰਨੀ ਹੁੰਦੀ ਹੈ, ਬਿਲਕੁਲ। ਬਿਜਲੀ ਚੋਰੀ ਰੋਕਣ ਲਈ ਕੋਈ ਹੀਲਾ ਨਹੀਂ ਹੁੰਦਾ। ਸੋ ਜਿੰਨਾ ਚਿਰ ਅਸੀਂ ਪਾਵਰ ਕੌਮ ਨੂੰ ਉਹਦੇ ਪੈਰਾਂ ਤੇ ਖੜਾ ਨਹੀਂ ਕਰਦੇ ਤਾਂ ਨੇਚਰਲੀ ਜਾਂ ਇਹਦੇ ਵਿੱਚੋਂ ਪੋਲੀਟਿਕਸ ਨੂੰ ਇਨਵੋਲਵ ਹੈ, ਪੋਲੀਟਿਕਸ ਨੂੰ ਬਾਹਰ ਨਹੀਂ ਕਰਦੇ। ਹੁਣ ਮੇਨ ਕੀ ਹੈ, ਬਿਜਲੀ ਦੇ ਸਰੋਤ ਨੇ। ਜੀ। ਹੁਣ ਅਸੀਂ ਕਹਿੰਦੇ ਹਾਂ ਕਿ ਹਿਮਾਚਲ 'ਚ ਬਿਜਲੀ ਸਸਤੀ ਹੈ, ਚੰਡੀਗੜ੍ਹ 'ਚ ਬਿਜਲੀ ਸਸਤੀ ਹੈ, ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਹਾਈਡਲ ਪ੍ਰੋਜੈਕਟਾਂ ਦੀ ਬਿਜਲੀ ਯੂਜ਼ ਹੁੰਦੀ ਹੈ ਬਿਲਕੁਲ। ਤੇ ਹਿਮਾਚਲ ਦੇ ਵਿੱਚ ਵੀ, ਇਸ ਕਰਕੇ ਨੈਚੁਰਲੀ ਬਿਜਲੀ ਸਸਤੀ ਪਏਗੀ। ਹੁਣ ਅਸੀਂ ਥਰਮਲਾਂ ਤੋਂ ਪੈਦਾ ਕਰਦੇ ਹਾਂ ਜ਼ਿਆਦਾ ਬਿਜਲੀ, ਸਾਨੂੰ ਉਧਰੋਂ ਆਉਂਦੀ ਹੈ, ਉੱਥੋਂ ਸਾਨੂੰ ਮਹਿੰਗੀ ਪੈਂਦੀ ਹੈ, ਫਿਰ ਅਸੀਂ ਕਿਸ ਤਰ੍ਹਾਂ ਸਸਤੀ ਦੇ ਸਕਦੇ ਹਾਂ? ਸੋ ਜਿੱਥੇ ਜਿਸ ਤਰ੍ਹਾਂ ਪ੍ਰਾਈਵੇਟ ਖਰੀਦ ਸਮਝੌਤਿਆਂ ਦੀ ਗੱਲ ਕੀਤੀ ਹੈ, ਸੋ ਇਸ ਕਿਸਮ ਦੇ ਜਿਹੜੇ ਫੈਸਲੇ ਲਏ ਆ ਉਹ ਵੀ ਜ਼ਿੰਮੇਵਾਰ ਹੈ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਜਲੀ ਸਸਤੀ, ਲੋਕ ਤਾਂ ਚਾਹੁੰਦੇ ਹੁੰਦੇ ਨੇ, ਅਸੀਂ ਕਹਿੰਦੇ ਕਿ ਰੀਜ਼ਨੇਬਲ ਰੇਟਾਂ ਤੇ ਲੋਕਾਂ ਨੂੰ ਬਿਜਲੀ ਮਿਲਣੀ ਚਾਹੀਦੀ ਜਿਹਦਾ ਲੋਕ ਬੋਝ ਨਾ ਮਹਿਸੂਸ ਕਰਨ। ਜੀ ਚਰਨਜੀਤ ਜੀ, ਜਿਵੇਂ ਆਪਾਂ ਗੱਲ ਕੀਤੀ ਕਿ ਲੰਘੇ ਦਿਨ ਬਿਜਲੀ ਦੀ ਦਰਾਂ 'ਚ ਵਾਧਾ ਹੋ ਗਿਆ, ਫਿਕਸਡ ਚਾਰਜਿਸ ਵਧਾ ਦਿੱਤੇ ਨੇ, ਇਹਦਾ ਸਾਰਾ ਬੋਝ ਸਿੱਧੇ ਤੌਰ ਤੇ ਲੋਕਾਂ ਤੇ ਪੈਣਾ ਹੈ। ਪਰ ਜੇ ਦੂਜੇ ਪਾਸੇ ਗੱਲ ਕਰੀਏ ਪੰਜਾਬ ਸਰਕਾਰ ਦੀ, ਮੁੱਖ ਮੰਤਰੀ ਦੀ, ਤਾਂ ਮੁੱਖ ਮੰਤਰੀ ਕਲੇਮ ਕਰ ਰਹੇ ਨੇ ਵੀ ਕਿ ਇਸ ਦਾ ਆਮ ਆਦਮੀ ਤੇ ਕੋਈ ਬੋਝ ਨਹੀਂ ਪਵੇਗਾ। ਇਹ ਕੀ ਫੰਡਾ ਹੈ? ਇਹ ਕਿਹੜੇ ਹਿਸਾਬ ਸਿਰ ਮੁੱਖ ਮੰਤਰੀ ਦਾਅਵਾ ਕਰ ਰਹੇ ਨੇ? ਦੇਖੋ, ਮੁੱਖ ਮੰਤਰੀ ਨੇ ਕੱਲ ਦਾਅਵਾ ਕੀਤਾ ਹੈ ਕਿ ਇਹਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਏਗਾ। ਜੀ ਬਿਲਕੁਲ। ਪਹਿਲੀ ਗੱਲ ਤਾਂ ਅਤਿਸ਼ ਇਹ ਹੈ ਕਿ ਦੇਖੋ, ਸਰਕਾਰ ਨੂੰ ਜੇ ਮੰਨ ਲਓ ਅਸੀਂ 3500 ਕਰੋੜ ਰੁਪਇਆ, 3584 ਕਰੋੜ ਰੁਪਏ ਦਾ ਰੈਵਨਿਊ ਆਉਣਾ ਹੈ ਜੀ, ਐਡੀਸ਼ਨਲ ਜਨਰੇਟ ਹੋਣਾ ਹੈ ਇਹ ਟੈਰਿਫ ਲਾਗੂ ਕਰਨ ਨਾਲ, ਤਾਂ 3584 ਕਰੋੜ ਦਾ ਬੋਝ ਹੈ ਜਿਹੜਾ ਅਲਟੀਮੇਟਲੀ ਕਿਤੇ ਤਾਂ ਪਏਗਾ। ਜੀ ਬਿਲਕੁਲ। ਜੇ ਡਾਇਰੈਕਟ ਇਸ ਰੂਪ 'ਚ ਸਾਡੇ ਨਹੀਂ ਪਏਗਾ ਤਾਂ ਸਰਕਾਰ ਨੂੰ ਇਹੀ ਵਸੀਲੇ ਜਟਾਉਣ ਦੇ ਲਈ ਹੋਰ ਪਾਸੇ ਪ੍ਰਬੰਧ ਕਰਨਾ ਪਏਗਾ। ਜੀ। ਸਰਕਾਰ ਦਾ ਤਰਕ ਹੈ ਕਿ 600 ਯੂਨਿਟ ਜਿਹੜੇ ਮਾਫ ਕੀਤੇ ਅਸੀਂ 2 ਮਹੀਨਿਆਂ ਦੇ ਲੋਕਾਂ ਨੂੰ, ਤੇ 87% ਲੋਕਾਂ ਨੂੰ ਜ਼ੀਰੋ ਬਿੱਲ ਜਾਂਦਾ ਹੈ, ਉਹਦਾ ਭਾਰ ਤਾਂ ਕਹਿੰਦੇ ਕੰਜ਼ਿਊਮਰ ਥੋੜੀ ਚੁੱਕੇਗਾ, ਸਰਕਾਰ ਚੁੱਕੇਗੀ। ਜੀ। ਤਾਂ ਸਰਕਾਰ ਕੋਈ ਘਰੋਂ ਤਾਂ ਲੈ ਕੇ ਨਹੀਂ ਆਏਗੀ, ਬਿਲਕੁਲ। ਅਲਟੀਮੇਟਲੀ ਬੋਝ ਤਾਂ ਲੋਕਾਂ ਤੇ ਹੀ ਪਾਇਆ ਜਾਣਾ ਹੈ। ਜੀ। ਇੱਕ ਗੱਲ। ਦੂਸਰੀ ਗੱਲ ਆਤਿਸ਼ ਇਹ ਹੈ ਕਿ ਅਸੀਂ ਇਹ ਕਹਿੰਦੇ ਹਾਂ ਕਿ ਟੋਟਲ ਰੈਵਨਿਊ ਹੈ ਜਿਹੜਾ ਉਹ ਸਾਡਾ 41700 ਕਰੋੜ ਦਾ ਹੈ। ਜੀ। ਜਿਹੜਾ ਕੰਜ਼ਿਊਮਰ ਤੋਂ ਆਉਂਦਾ ਹੈ। 41700 ਕਰੋੜ ਦੇ ਵਿੱਚੋਂ ਤੁਸੀਂ 18000 ਕੁਛ ਕਰੋੜ ਦੀ ਜਿਹੜੀ ਸਬਸਿਡੀ ਹੈ ਉਹ ਸਰਕਾਰ ਦਿੰਦੀ ਹੈ। ਜੀ। ਤਾਂ ਪਿੱਛੇ ਬਚਿਆ 23000 ਕਰੋੜ। 23000 ਕਰੋੜ ਕਿੱਥੋਂ ਆਉਣਾ ਹੈ? ਉਹ ਲੋਕਾਂ ਦੀ ਜੇਬਾਂ ਚੋਂ ਆਉਣਾ ਹੈ। ਜੀ ਬਿਲਕੁਲ। ਇਹਦਾ ਮਤਲਬ ਕਿ 18000 ਕਰੋੜ ਰੁਪਏ ਤਾਂ ਤੁਸੀਂ ਬਚਾ ਲਓਗੇ, ਕੋਈ ਬੋਝ ਨਹੀਂ ਪਏਗਾ। ਜਿਹੜਾ 23000 ਲੋਕਾਂ ਦੀਆਂ ਜੇਬਾਂ ਚੋਂ ਆਉਣਾ ਹੈ ਉਹਨੂੰ ਤੁਸੀਂ ਕਿਵੇਂ ਕਹੋਗੇ ਕਿ ਲੋਕਾਂ ਦੀ ਜੇਬ ਤੇ ਭਾਰ ਨਹੀਂ ਪਏਗਾ? ਜੀ। ਸੋ ਅਲਟੀਮੇਟਲੀ ਇਹ ਚੱਲਣਾ ਜਿਹੜਾ ਲੋਕਾਂ ਨੂੰ ਪੈਂਦਾ ਹੈਗਾ। ਸਰਕਾਰਾਂ ਨੂੰ ਚਾਹੀਦਾ ਕਿ ਇਸ ਕਿਸਮ ਦੇ ਕੋਈ ਕਿਉਂਕਿ ਸਿਆਣਪ ਤਾਂ ਇਸੇ ਗੱਲ ਦੀ ਹੈ ਕਿ ਤੁਹਾਡੀਆਂ ਪਾਲਿਸੀਆਂ ਜਿਹੜੀਆਂ ਉਹ ਅੱਛੀਆਂ ਹੋਣ, ਕਿ ਲੋਕਾਂ ਨੂੰ ਕੋਈ ਬੋਝ ਨਾ ਲੱਗੇ। ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਖੈਰਾਤ ਦੇ ਰੂਪ ਦੇ ਵਿੱਚ ਕੋਈ ਚੀਜ਼ ਦੇਣੀ ਸ਼ੁਰੂ ਕਰ ਦਾਂਗੇ ਤੇ ਅਲਟੀਮੇਟਲੀ ਜਿਹੜੇ ਅਦਾਰੇ ਆ ਉਹ ਫੇਲ ਹੋ ਜਾਂਦੇ ਨੇ। ਹੁਣ ਪੰਜਾਬ ਦੇ ਵਿੱਚ ਆਪਾਂ ਜਿਵੇਂ ਪਹਿਲਾਂ ਗੱਲ ਕਰਦੇ ਹਾਂ ਕਿ ਔਰਤਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ। ਜੀ ਬਿਲਕੁਲ। ਇਹਦੇ ਨਾਲ ਪਬਲਿਕ ਸੈਕਟਰ ਦੇ ਅਦਾਰੇ ਜਿਹੜੇ ਉਹਨਾਂ ਦਾ ਸੱਤਿਆਨਾਸ਼ ਹੁੰਦਾ ਹੈਗਾ। ਜੀ। ਉਹਦਾ ਕਾਰਨ ਕੀ ਹੈ ਕਿ ਜਿਸ ਤਰ੍ਹਾਂ
ਪਾਵਰਕੌਮ ਹੈ ਜਾਂ ਦੂਜੇ ਟਰਾਂਸਪੋਰਟ ਦੀ ਪਬਲਿਕ ਟਰਾਂਸਪੋਰਟ ਦੀ ਗੱਲ ਕਰਦੇ ਆ, ਜੇ ਇਹ ਫੇਲ ਹੋਣਗੇ ਤਾਂ ਕਿਉਂ ਹੋਣਗੇ? ਇਹ ਸਾਡੇ ਪੋਲੀਟੀਕਲ ਲੀਡਰਸ਼ਿਪ ਦੀ ਬਦੌਲਤ। ਜਦੋਂ ਇਹ ਅਦਾਰੇ ਫੇਲ ਹੋ ਜਾਂਦੇ ਨੇ ਫਿਰ ਅਸੀਂ ਚੱਲ ਪੈਂਦੇ ਕਿ ਉਹਨਾਂ ਦਾ ਨਿੱਜੀਕਰਨ ਕਰਾਂਗੇ ਜੀ ਫਿਰ ਬਿਲਕੁਲ। ਉਹ ਸਾਡੇ ਹੱਥਾਂ ਚੋਂ ਨਿਕਲ ਜਾਂਦੇ ਆ। ਸੋ ਪਬਲਿਕ ਅਦਾਰਿਆਂ ਨੂੰ ਚਾਹੀਦਾ ਤਾਂ ਹੈ ਕਿ ਇਹਨਾਂ ਨੂੰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਇਹ ਨਵੀਂ ਪਾਰਟੀ ਦੀ ਸਰਕਾਰ ਹੈਗੀ ਹੈ, ਇਹ ਪਬਲਿਕ ਅਦਾਰਿਆਂ ਨੂੰ ਮਜ਼ਬੂਤ ਕਰੇ, ਨਾ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਫੇਲ ਜਾਂ ਇਹੋ ਜਿਹੀਆਂ ਪਾਲਿਸੀਆਂ ਬਣਾਵੇ ਜਿਨ੍ਹਾਂ ਦੇ ਨਾਲ ਇਹਨਾਂ ਜਿਹੜੇ ਪਬਲਿਕ ਅਦਾਰੇ ਆ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।